ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ। ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਸਿੱਖਾਂ ਤੇ ਇੱਕ ਇਲਜ਼ਾਮ ਲੱਗਦਾ ਕਿ ਸਿੱਖ ਇਸ ਦੇਸ਼ ਦੀ ਅਖੰਡਤਾ ਨੂੰ ਭੰਗ ਕਰਨਾ ਚਾਹੁੰਦੇ ਆ, ਭਾਵ ਕਿ ਦੇਸ਼ ਤੋੜਨਾ ਚਾਹੁੰਦੇ ਆ, ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਆ। ਸਿੱਖ ਇਸ ਦੇਸ਼ ਦੀ ਸ਼ਾਂਤੀ ਵਾਸਤੇ ਖਤਰਾ ਨੇ। ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ ਲੋਕ ਰਾਸ਼ਟਰਵਾਦ ਦੀ ਗੱਲ ਕਰਦੇ ਆ, ਭਾਰਤ ਮਾਤਾ ਦੀ ਗੱਲ ਕਰਦੇ ਆ, ਉਹ ਰਾਸ਼ਟਰ ਦੇ ਨਾਮ ਦੇ ਉੱਪਰ ਪਰਿਵਾਰਾਂ ਦੇ ਸਾਹਮਣੇ ਔਰਤਾਂ ਦੇ ਨਾਲ ਬਲਾਤਕਾਰ ਕਰਨ ਦੀਆਂ ਧਮਕੀਆਂ ਵੀ ਦਿੰਦੇ ਆ। ਹੁਣੇ ਸੀਨੀਅਰ ਜਰਨਲਿਸਟ ਰਾਣਾ ਆਯੂਬ, ਉਹਨਾਂ ਨੂੰ ਪਰਿਵਾਰ ਦੇ ਸਾਹਮਣੇ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਗਈ ਔਰ ਉਹ ਜਰਨਲਿਸਟ ਵਿਚਾਰੀ ਤਕਰੀਬਨ 6 ਘੰਟੇ ਆਪਣੇ ਭਰਾ ਦੇ ਨਾਲ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਖੱਜਲ ਖਵਾਰ ਹੋਈ। ਔਰ ਇਹ ਸਾਰੀ ਵਿਥਿਆ ਉਹਨਾਂ ਨੇ ਅਮਰੀਕਨ ਅਖਬਾਰ ਜਿਹੜਾ ਹੈਗਾ ਆ ਵਾਸ਼ਿੰਗਟਨ ਪੋਸਟ, ਉਹਦੇ ਵਿੱਚ ਲਿਖੀ, ਤੁਸੀਂ ਪੜ੍ਹ ਸਕਦੇ ਹੋ। ਸੋ ਖੈਰ, ਇਹ ਬਲਾਤਕਾਰਾਂ ਦੀਆਂ ਧਮਕੀਆਂ ਨਹੀਂ ਦਿੱਤੀਆਂ ਗਈਆਂ, ਬਲਾਤਕਾਰ ਅਸਲ ਦੇ ਵਿੱਚ ਹੋਏ ਵੀ ਜਿਵੇਂ 1984 ਦੇ ਵਿੱਚ ਸਿੱਖ ਔਰਤਾਂ ਨਾਲ ਕੀਤੇ ਗਏ। ਉਹ ਸਾਰਾ ਕੁਝ ਇੱਕ ਦੇਸ਼ ਦੀ ਸੇਵਾ ਸਮਝ ਕੇ ਕੀਤੇ ਗਏ। ਇਹ ਇੱਥੇ ਕੁਝ ਵਾਪਰਿਆ। ਸੋ ਖੈਰ, ਇਹ ਸਾਰਾ ਕੁਝ ਕਿਵੇਂ ਚੱਲਦਾ ਹੈ, ਗੇਮ ਪਲਾਨ ਕੀ ਹੁੰਦਾ ਹੈ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਉਹ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਪ੍ਰੋਫੈਸਰ ਗੁਰਤੇਜ ਸਿੰਘ ਜੀ, ਜੋ ਕਿ IAS, ਸਾਬਕਾ IAS ਨੇ। ਸਰਦਾਰ ਸਾਹਿਬ, ਮੇਰਾ ਪਹਿਲਾ ਸਵਾਲ ਇਹ ਆ ਕਿ ਨਿਰੰਕਾਰੀਆਂ ਤੋਂ ਲੈ ਕੇ ਡੇਰਾ ਸਿਰਸਾ ਤੱਕ ਬੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ, ਸਿੱਖ ਗੁਰੂਆਂ ਦੇ ਖਿਲਾਫ ਬਹੁਤ ਕੁਝ ਲਿਖਿਆ, ਬੋਲਿਆ ਜਾਂ ਜੋ ਵੀ ਉਹਨਾਂ ਨੇ ਪ੍ਰਚਾਰ ਕੀਤਾ। ਉਦੋਂ ਨਿਰੰਕਾਰੀਆਂ ਤੋਂ ਲੈ ਕੇ ਸਿਰਸੇ ਵਾਲੇ ਤੱਕ ਕਦੇ ਵੀ ਕਿਸੇ ਸਰਕਾਰ ਨੇ ਕਾਨੂੰਨੀ ਕਾਰਵਾਈ ਵਧੀਆ ਤਰੀਕੇ ਨਾਲ ਨਹੀਂ ਕੀਤੀ ਔਰ ਸਗੋਂ ਇਸ ਦੇ ਉਲਟ ਸਮੇਂ ਦੀਆਂ ਸਰਕਾਰਾਂ, ਸਮੇਂ-ਸਮੇਂ ਜਿਹੜੇ ਹੋਏ ਨੇ ਵੱਡੇ ਵੱਡੇ ਲੀਡਰ, ਉਹ ਇਹਨਾਂ ਡੇਰੇਦਾਰਾਂ ਦੇ ਕੋਲ ਜਾਂਦੇ ਰਹੇ ਨੇ। ਹੁਣ ਗੱਲ ਕੀ ਹੁੰਦੀ ਕਿ ਅਕਸਰ ਲੋਕ ਕਹਿ ਦਿੰਦੇ ਆ ਕਿ ਰਾਜਨੀਤੀ ਨੂੰ ਵੋਟਾਂ ਦੀ ਲੋੜ ਹੁੰਦੀ ਹੈ, ਇਸ ਕਰਕੇ ਉਹ ਡੇਰਿਆਂ ਦੇ ਵਿੱਚ ਜਾਂਦੇ ਆ। ਪਰ ਮੇਰਾ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਸਿੱਖਾਂ ਦੀ ਆ। ਸੋ ਬਹੁ ਗਿਣਤੀ ਨੂੰ ਨਾਰਾਜ਼ ਕਰਕੇ, ਇੱਥੇ ਸਿੱਖ ਵੋਟਾਂ ਨੂੰ ਨਾਰਾਜ਼ ਕਰਕੇ ਡੇਰੇਦਾਰਾਂ ਦੇ ਕੋਲ ਚੰਦ ਵੋਟਾਂ ਲੈਣ ਲਈ ਜਾਣਾ, ਇਹ ਕਿੰਨੀ ਕੁ ਸਿਆਣਪ ਮੰਨੀ ਜਾ ਸਕਦੀ ਹੈ ਰਾਜਨੀਤੀ ਲਈ? ਸੋ ਦੂਸਰੀ ਗੱਲ ਇਹ ਵੀ ਉੱਭਰ ਕੇ ਆਉਂਦੀ ਆ ਕਿ ਤੁਹਾਡੇ ਮੁਤਾਬਕ ਕੀ ਇਹ ਸਿਰਫ ਵੋਟਾਂ ਦੀ ਖੇਡ ਆ, ਵੋਟਾਂ ਲੈਣ ਲਈ ਰਾਜਨੀਤੀ ਇਦਾਂ ਕਰਦੀ ਹੈ, ਡੇਰੇਦਾਰਾਂ ਨੂੰ ਪ੍ਰਮੋਟ ਕਰਦੀ ਹੈ, ਜਾਂ ਇਹਦੇ ਪਿੱਛੇ ਤੁਸੀਂ ਕੋਈ ਹੋਰ ਵੀ ਮਨਸ਼ਾ ਦੇਖਦੇ ਹੋ, ਸਮਝਦੇ ਹੋ? ਤੁਹਾਡਾ ਇਹਦੇ ਬਾਬਤ ਕੀ ਕਹਿਣਾ ਹੈ? ਦੇਖੋ, ਗੱਲ ਇਹ ਹੈਗੀ ਕਿ ਆਪਾਂ ਇਸ ਨੂੰ ਸਤਹੀ ਤੌਰ ਦੇ ਉੱਤੇ ਹੁਣ ਤਾਈਂ ਸਮਝਦੇ ਆਏ ਹਾਂ। ਇਸ ਨੂੰ ਡੂੰਘਾਈ ਦੇ ਨਾਲ ਆਪਾਂ ਇਸ ਮਸਲੇ ਨੂੰ ਕਦੇ ਵਿਚਾਰਿਆ ਨਹੀਂ ਜੀ। ਜੇ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਜਿੰਨੇ ਵੀ ਸੁਹਿਰਦ ਹਿੰਦੂ, ਸਿੱਖ, ਮੁਸਲਮਾਨ, ਈਸਾਈ ਇਤਿਆਦ ਹਨ, ਉਹਨਾਂ ਸਾਰਿਆਂ ਦਾ ਓਪੀਨੀਅਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਨਿਰਦੋਸ਼ ਤੇ ਸਾਰਿਆਂ ਦੇ ਸਤਿਕਾਰ ਕਰਨ ਵਾਲਾ ਧਰਮ ਗ੍ਰੰਥ ਕੋਈ ਹੈ ਨਹੀਂ। ਇੰਟਰਫੇਥ ਦਾ ਡਾਕੂਮੈਂਟ ਵੀ ਕਹਿੰਦੇ ਨੇ ਇੱਕ ਇੱਥੋਂ ਦੇ ਬੰਗਲਾਦੇਸ਼ ਦੇ ਪ੍ਰੋਫੈਸਰ। ਹੁਣ ਜੇ ਅਸੀਂ ਹਿੰਦੂਆਂ ਵੱਲ ਸਿਰਫ ਹਿੰਦੂਆਂ ਦੀ ਗੱਲ ਕਰੀਏ, ਕਿਉਂਕਿ ਇੱਥੇ ਦਾ ਸਾਡਾ ਜਿਹੜਾ ਸਾਰਾ ਮਸਲਾ ਹਿੰਦੂਆਂ ਦੇ ਨਾਲ ਹੀ ਹੈ, ਤਾਂ ਇਹਨਾਂ ਦੇ ਇੱਕ ਸਵਾਮੀ ਰਾਮ ਤੀਰਥ ਹੁੰਦੇ ਸੀਗੇ, ਉਹ ਡੰਡੀ ਮੱਤ ਹੈ ਇੱਕ, ਉਸ ਮੱਤ ਦੇ ਸਵਾਮੀ ਹੁੰਦੇ ਸੀਗੇ, ਹੈਡ ਸੀਗੇ ਜੀ। ਉਹ ਕੋਨਮੋਨ ਹੁੰਦੇ ਸੀ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕੀਤੀ। ਉਹ ਫਿਰ ਉਹਨਾਂ ਨੇ ਡਿਕਲੇਅਰ ਕੀਤਾ ਕਿ ਮੈਂ ਹੁਣ ਸਿੱਖ ਬਣ ਗਿਆ, ਕੇਸ ਰੱਖ ਲਏ, ਦਾੜੀ ਰੱਖ ਲਈ, ਸਾਰਾ ਕੁਝ ਕਰ ਲਿਆ। ਤੇ ਉਹਨਾਂ ਨੇ 2 ਛੋਟੀਆਂ ਕਿਤਾਬਾਂ ਲਿਖੀਆਂ। ਇੱਕ ਤਾਂ ਹੈਗੀ ਇਹ ਜਿਹੜੀ ਅੱਜ ਦੇ ਆਪਣੇ ਵਿਸ਼ੇ ਨਾਲ ਸੰਬੰਧਿਤ ਹੈ, ਇਹ ਕਿਤਾਬ ਮੈਂ ਤੁਹਾਨੂੰ ਦਿਖਾ ਰਿਹਾ, ਸ਼ਾਇਦ ਤੁਸੀਂ ਦੇਖ ਸਕ ਰਹੇ ਹੋ। ਸਰਵੋਤਮ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ। ਉਹ ਕਹਿੰਦੇ ਨੇ, ਬੜੇ ਪਹੁੰਚੇ ਹੋਏ ਮਹਾਤਮਾ ਸਨ, ਉਹ ਕਹਿੰਦੇ ਨੇ ਕਿ ਇਹ ਜਿਹੜਾ ਗੁਰੂ ਗ੍ਰੰਥ ਹੈ ਇਹ ਸਰਵੋਤਮ ਧਰਮ ਗ੍ਰੰਥ ਹੈ, ਮੁਕੰਮਲ ਤੌਰ ਦੇ ਉੱਤੇ ਨਿਰਦੋਸ਼ ਹੈ, ਕਿਸੇ ਨੂੰ ਵੀ ਕੋਈ ਇਸ ਦੇ ਉੱਤੇ ਆਪੱਤੀ ਹੋਣ ਦੀ ਸੰਭਾਵਨਾ ਨਹੀਂ।
ਸਾਰੀ ਦੁਨੀਆ ਦਾ ਕਲਿਆਣ ਚਾਹੁੰਦਾ ਹੈ, ਸਾਰੇ ਲੋਕਾਂ ਦਾ ਭਲਾ ਚਾਹੁੰਦਾ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਮਹਾਤਮਾ ਹੋਏ ਨੇ ਜਿਹੜੇ ਬੰਗਾਲ ਦੇ ਵਿੱਚ ਬੇਸ ਸਨ ਤੇ ਬਾਅਦ ਦੇ ਵਿੱਚ ਇੱਥੇ ਆ ਕੇ ਹਰਿਦੁਆਰ ਉਹਨਾਂ ਦੀ ਡੈਥ ਹੋਈ ਸੀ। ਉਹ ਹੈਗੇ ਸਵਾਮੀ ਨਿਤਿਆਨੰਦ ਜੀ। ਨਿਤਿਆਨੰਦ ਨੇ ਇੱਕ ਕਿਤਾਬ ਲਿਖੀ ਹੈ, ਛੋਟੀ ਜਿਹੀ ਕਿਤਾਬਚਾ ਜਿਹਾ ਲਿਖਿਆ 50 ਸਫ਼ਿਆਂ ਦਾ, ਉਹ ਮੈਂ ਤੁਹਾਨੂੰ ਦਿਖਾਉਣਾ ਹੁਣੇ। ਉਹਦੇ ਵਿੱਚ ਉਹ ਕਹਿੰਦੇ ਇਹ ਹੈਗਾ ਗੁਰੂ ਗਿਆਨ, ਇਹ ਉਹਨਾਂ ਦਾ ਕਿਤਾਬਚਾ ਹੈ। ਉਹ ਕਹਿੰਦੇ ਨੇ ਕਿ ਇਹ ਜਿਹੜਾ ਗੁਰੂ ਗ੍ਰੰਥ ਹੈ ਇਸ ਦੇ ਬਾਰੇ ਮੇਰੇ ਗੁਰੂ ਸਨ ਸਵਾਮੀ ਬ੍ਰਹਮਾਨੰਦ ਜੋਗੀ, ਉਹ ਕਹਿੰਦੇ ਬਹੁਤ ਵੱਡੀ ਉਮਰ ਦੇ ਹੋਏ, 135 ਸਾਲ ਦੇ ਹੋਏ, ਤੇ ਉਹਨਾਂ ਨੇ ਮੈਨੂੰ ਉਹ ਕਹਿਣ ਲੱਗੇ ਇੱਕ ਦਿਨ ਕਿ ਮੈਂ ਸਾਰੀ ਉਮਰ ਐਵੇਂ ਰੇਤ ਛਾਣਦਾ ਰਿਹਾ, ਜਿਹੜਾ ਤੱਤ ਸੀ ਉਹ ਤਾਂ ਗੁਰੂ ਘਰ ਦੇ ਵਿੱਚ ਸੀਗਾ, ਮੈਨੂੰ ਹੁਣ ਇੱਕ ਜਨਮ ਹੋਰ ਦੁਬਾਰਾ ਲੈਣਾ ਪਊਗਾ। ਇਹ ਜਿਹੜੀ ਗੁਰੂ ਨਾਨਕ ਦੀ ਸਿੱਖਿਆ ਹੈ, ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਹੈ, ਤਾਂ ਅੰਮ੍ਰਿਤ ਹੈ। ਇਸ ਤੋਂ ਗੁਰਬਾਣੀ ਦੇ ਉੱਤੇ ਇਸ ਤੋਂ ਵੱਧ ਕੇ ਕੋਈ ਕਲਿਆਣਕਾਰੀ ਬਾਣੀ ਨਹੀਂ ਹੈ। ਤਾਂ ਉਸਨੇ ਫਿਰ ਉਹ ਕਹਿੰਦੇ ਜੀ ਉਹ ਉਸ ਤੋਂ ਬਾਅਦ ਸਵਰਗਵਾਸ ਹੋ ਗਏ, ਲੇਕਿਨ ਉਹਨੇ ਮੈਨੂੰ ਆਦੇਸ਼ ਦਿੱਤਾ ਕਿ ਜਿਹੜੀ ਇਹ ਗੁਰਬਾਣੀ ਹੈ ਤੂੰ ਇਸ ਦਾ ਪ੍ਰਚਾਰ ਕਰ। ਸੋ ਜੇ ਤਾਂ ਹਿੰਦੂ ਧਰਮ ਦੇ ਲੋਕਾਂ ਦੀ, ਜਿਹੜੇ ਗੰਭੀਰ ਹਿੰਦੂ ਹੋਣਗੇ ਉਹਨਾਂ ਦੀ ਗੱਲ ਕਰੀਏ, ਜਾਂ ਜਿਹੜੇ ਹਿੰਦੂ ਧਰਮ ਦੀ ਵਾਕਫੀਅਤ ਰੱਖਦੇ ਨੇ, ਜਿਹੜੇ ਇਨਸਾਨੀਅਤ ਦੇ ਨੂੰ ਪਰਨਾਏ ਹੋਏ ਮਹਾਤਮਾ ਇਤਿਹਾਦ ਹਨ, ਉਹ ਤਾਂ ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ। ਹੁਣ ਗੱਲ ਕੀ ਹੁੰਦੀ ਹੈ ਕਿ ਜਿਹੜਾ ਇਹ ਹਿੰਦੂ ਧਰਮ ਹੈ, ਜਿਸ ਤਰ੍ਹਾਂ ਅੱਜ ਹਿੰਦੂਤਵ ਉਸ ਤੋਂ ਵੀ ਥੋੜਾ ਜਿਹਾ ਉਗਰ ਰੂਪ ਹੋ ਗਿਆ, ਜਿਵੇਂ ਸ਼ਿਵ ਦਾ ਉਗਰ ਰੂਪ ਮਹਾਕਾਲ ਹੈ, ਇਸ ਤਰ੍ਹਾਂ ਅੱਜ ਦਾ ਜਿਹੜਾ ਹਿੰਦੂਤਵ ਹੈ ਇਹ ਹਿੰਦੂ ਮਤ ਦਾ ਵੀ ਉਗਰ ਰੂਪ ਹੈ। ਇਸ ਦੇ ਵਿੱਚ ਇਹ ਸਿਰਫ ਔਰੰਗਜ਼ੇਬ ਦੀ ਨੀਤੀ ਨੂੰ ਸਮਝਦੇ ਨੇ ਔਰ ਉਸ ਨੀਤੀ ਨੂੰ ਲਾਗੂ ਕਰਨਾ ਚਾਹੁੰਦੇ ਨੇ, ਕਿਉਂਕਿ ਇਹਨਾਂ ਨੇ ਔਰੰਗਜ਼ੇਬ ਨੂੰ ਇੰਨੀ ਨਫ਼ਰਤ ਕੀਤੀ ਹੈ ਕਿ ਹੁਣ ਉਸ ਨੂੰ ਐਡਮਾਇਰ ਕਰਨ ਲੱਗ ਪਏ ਆ, ਔਰ ਉਸ ਦੇ ਜਿਹੜੇ ਔਗਣ ਹਨਗੇ ਉਹਨਾਂ ਨੂੰ ਇਹਨਾਂ ਨੇ ਅਪਣਾ ਲਿਆ। ਸਾਡਾ ਇਸ ਕਿਸਮ ਦੇ ਹਿੰਦੂਆਂ ਦੇ ਨਾਲ ਸਾਡਾ ਜਿਹੜਾ ਮਤਭੇਦ ਹੈ ਉਹ ਗੁਰੂ ਨਾਨਕ ਸਾਹਿਬ ਦੇ ਜਨੇਊ ਨਾ ਪਾਉਣ ਤੋਂ ਹੀ ਸ਼ੁਰੂ ਹੋ ਗਿਆ ਸੀ। ਗੁਰੂ ਨਾਨਕ ਸਾਹਿਬ ਨੇ ਜਨੇਊ ਨਹੀਂ ਪਾਇਆ ਕਿਉਂਕਿ ਇਹ ਜਾਤ ਪਾਤ ਪ੍ਰਥਾ ਦਾ ਪ੍ਰਤੀਕ ਸੀ, ਤੇ ਗੁਰੂ ਨਾਨਕ ਸਾਹਿਬ ਨਹੀਂ ਸੀ ਚਾਹੁੰਦੇ ਕਿ ਮਨੁੱਖਤਾ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਿਆ ਜਾਵੇ। ਇਸ ਲਈ ਉਹਨਾਂ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਔਰ ਇਹ ਵੀ ਸੀ ਕਿ ਜਿਹੜਾ ਜਨੇਊ ਸੀ ਇਹ ਸਿੱਖ ਰਹਿਤ ਦੇ ਬਰਖਲਾਫ ਸੀ, ਉਹਨਾਂ ਨੂੰ ਭਜਨ ਕਰਾਉਣਾ ਪੈਂਦਾ ਸੀ ਜਨੇਊ ਪਾਉਣ ਵਾਸਤੇ। ਔਰ ਕੇਸ ਜਿਹੜੇ ਹੈ ਇਹ ਗੁਰੂ ਪਰਮੇਸ਼ਰ ਦੀ ਦਾਤ ਹੈ, ਤੇ ਉਹਨਾਂ ਦੇ ਵਿੱਚ ਉਹ ਖਿਆਨਤ ਨਹੀਂ ਸੀ ਕਰਨਾ ਚਾਹੁੰਦੇ। ਇੱਕ ਅਮਾਨਤ ਹੈ ਪਰਮਾਤਮਾ ਦੀ ਸਾਡੇ ਕੋਲੇ, ਤਾਂ ਉਹਨਾਂ ਨੇ ਇਨਕਾਰ ਕਰਤਾ ਜੀ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਬਾਅਦ ਜਿਹੜੇ ਇਸ ਕਿਸਮ ਦੇ ਹਿੰਦੂ ਬਣਗੇ, ਜਿਨ੍ਹਾਂ ਦਾ ਅੱਜ ਉਗਰ ਰੂਪ ਆਪਾਂ ਨੂੰ ਦਿਖਾਈ ਦੇ ਰਿਹਾ, ਇਹਨਾਂ ਲੋਕਾਂ ਨੇ ਸਦਾ ਹੀ ਸਿੱਖ ਧਰਮ ਦਾ ਵਿਰੋਧ ਕੀਤਾ। ਤੁਸੀਂ ਔਰ ਫਿਰ ਇਹਨਾਂ ਦੀ ਜਿਹੜੀ ਇਹਨਾਂ ਦਾ ਸਿਆਸੀ ਮਕਸਦ ਸੀ, ਔਰ ਜਿਹੜੇ ਹਨਗੇ ਅੰਗਰੇਜ਼, ਇਹਨਾਂ ਦਾ ਵੀ ਇੱਕ ਸਿਆਸੀ ਮਕਸਦ ਸੀ ਕਿ ਉਹ ਸਿੱਖਾਂ ਨੂੰ ਦੇਖ ਰਹੇ ਸਨ ਔਰ ਦੇਖ ਰਹੇ ਸਨ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਦੇ ਵਿੱਚੋਂ, ਕਿਸ ਤਰ੍ਹਾਂ ਅੰਮ੍ਰਿਤ ਦੇ ਬਾਟੇ ਦੇ ਵਿੱਚੋਂ ਇਹ ਲੋਕ ਉੱਠਦੇ ਨੇ, ਔਰ ਫਿਰ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਐਡੀ ਵੱਡੀ ਸ਼ਕਤੀ ਇਹ ਗ੍ਰਹਿਣ ਕਰ ਲੈਂਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਇੱਕ ਤਬਦੀਲੀ ਅਧਿਆਤਮਿਕ ਤੌਰ ਤੇ ਆ ਜਾਂਦੀ ਹੈ। ਜੋ ਵੀ ਇਸ ਤਰ੍ਹਾਂ ਦਾ ਮਸਲਾ ਹੁੰਦਾ ਹੈ, ਜੋ ਵੀ ਸੰਸਾਰ ਦੇ ਉੱਤੇ ਬੰਦੇ ਇਸ ਤਰ੍ਹਾਂ ਦੇ ਹਾਸਲ ਕਰਦੇ ਨੇ, ਇਸ ਤਰ੍ਹਾਂ ਦੀ ਸ਼ਕਤੀ, ਉਹ ਅਧਿਆਤਮਿਕ ਸ਼ਕਤੀ ਤੋਂ ਹੀ ਹਾਸਲ ਹੁੰਦੀ ਹੈ। ਚਾਹੇ ਸਿਆਸੀ ਸ਼ਕਤੀ ਹੋਵੇ, ਚਾਹੇ ਦੂਸਰੀ ਸਮਾਜਿਕ ਸ਼ਕਤੀ ਹੋਵੇ, ਉਹ ਅਧਿਆਤਮਿਕ ਸ਼ਕਤੀ ਤੋਂ ਹੀ ਹਾਸਲ ਹੁੰਦੀ ਹੈ। ਔਰ ਉਹਨਾਂ ਨੇ ਦੇਖਿਆ ਕਿ ਇਹ ਲੋਕ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਆ, ਔਰ ਇਸ ਕਰਕੇ ਇਹਨਾਂ ਨੂੰ ਇਸ ਤੋਂ ਹਟਾਉਣਾ ਚਾਹੀਦਾ ਹੈ। ਉਹਨਾਂ ਦਾ ਨਿਸ਼ਾਨਾ ਇਹ ਸੀ ਕਿ ਅਸੀਂ ਇਸ ਹਿੰਦੁਸਤਾਨ ਦੇ ਉੱਤੇ ਸਾਰੇ ਦੇ ਉੱਤੇ ਰਾਜ ਕਰਨਾ ਹੈ। ਸੋ ਕੀ ਹੋਇਆ ਕਿ 1888 ਦੇ ਵਿੱਚ ਤਾਂ ਇਹਨਾਂ ਨੇ ਇਸ ਤੇ ਮੈਂ ਬਾਅਦ ਗੱਲ ਕਰਦਾ, ਇਹਨਾਂ ਨੇ ਅੰਗਰੇਜ਼ਾਂ ਨੇ
5 6 10 15 ਦੇ ਲਾਗੇ ਇੱਕ ਕਿਸੇ ਕਿਸਮ ਦੀ ਚਲਾਕੀ ਕੀਤੀ ਜਾਂ ਇੱਕ ਬੜਾ ਹੀ ਗੰਭੀਰ ਮਸਲਾ ਸਿੱਖ ਪੰਥ ਦੇ ਵਿਹੜੇ ਦੇ ਵਿੱਚ ਖੜਾ ਕੀਤਾ। ਇਹਨਾਂ ਨੇ ਪਟਨੇ ਦੇ ਮਹੰਤਾਂ ਨੂੰ ਕਹਿ ਕੇ, ਪਟਨੇ ਦੇ ਕਿਸੇ ਉੱਥੇ ਬਹੁਤਾ ਕਰਕੇ ਜਿਹੜੇ ਲੋਕ ਗੁਰਦੁਆਰੇ ਦੇ ਵਿੱਚ ਸਨ, ਗੁਰਦੁਆਰੇ ਦੀ ਸੇਵਾ ਸੰਭਾਲ ਲਈ ਰੱਖੇ ਹੋਏ ਸਨ, ਉਹ ਬਹੁਤੇ ਉਦਾਸੀ ਸਨ ਜਾਂ ਹਿੰਦੂ ਮਤ ਦੇ ਸਨ। ਜਿਹੜੇ ਉਦਾਸੀ ਸਨ ਉਹ ਵੀ ਤਕਰੀਬਨ ਹਿੰਦੂ ਹੀ ਸਨ। ਸੋ ਉਹਨਾਂ ਨੂੰ ਆਖ ਵੇਖ ਕੇ ਇਹਨਾਂ ਨੇ ਦਸਮ ਗ੍ਰੰਥ ਨਾਂ ਦਾ ਇੱਕ, ਜਾਂ ਇੱਕ ਉਸ ਵੇਲੇ ਇਹਨੂੰ ਦਸਮ ਗ੍ਰੰਥ ਨਹੀਂ ਸੀ ਕਹਿੰਦੇ, ਉਹਨਾਂ ਨੇ ਇੱਕ ਗ੍ਰੰਥ ਤਿਆਰ ਕਰਵਾ ਲਿਆ ਜਿਹੜਾ ਗੁਰੂ ਗ੍ਰੰਥ ਨੂੰ ਰਿਪਲੇਸ ਕਰਨ ਵਾਸਤੇ ਉਹਨਾਂ ਨੇ ਸੋਚਿਆ ਕਿ ਇਸ ਨੂੰ ਰਿਪਲੇਸ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਦੇ ਉੱਤੇ ਰੱਖਣ ਵਾਸਤੇ ਬਣਾ ਦੇਈਏ। ਤੇ ਇਸ ਤਰ੍ਹਾਂ ਹੀ ਜਿਹੜੇ ਹਿੰਦੂ ਸਨ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਔਰ ਇਸ ਦੇ ਉਪਦੇਸ਼, ਹਿੰਦੂ ਧਰਮ ਦੇ ਜਿਹੜੀਆਂ ਨੀਤੀ ਸ਼ਾਸਤਰ ਇਤਿਹਾਦ ਹਨ, ਵੇਦ ਹਨ, ਪੁਰਾਣ ਹਨ, ਇਹਨਾਂ ਦੇ ਬਰਖਲਾਫ ਲੱਗਦਾ ਸੀ, ਉਹਨਾਂ ਲੋਕਾਂ ਨੇ ਕਿਹਾ ਕਿ ਅਸੀਂ ਇਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਪਦੇਸ਼ ਹੈ ਇਸ ਨੂੰ ਬੰਦ ਕਰਨ ਵਾਸਤੇ ਕੋਈ ਤਹਈਆ ਕਰੀਏ। ਤਾਂ ਉਹਨਾਂ ਨੇ ਇਸ ਦਾ ਜਿਹੜਾ ਤਰੀਕਾ ਲੱਭਿਆ ਉਹ ਇਹ ਸੀ, ਇੱਕ ਇਹ ਸੀ ਕਿ ਇਹਦੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਜਾਵੇ ਔਰ ਬਾਰ-ਬਾਰ ਲੋਕਾਂ ਦੇ ਮਨਾਂ ਦੇ ਵਿੱਚੋਂ ਇਸ ਨੂੰ ਲਾਇਆ ਜਾਵੇ। ਇਸ ਤਰ੍ਹਾਂ ਦੱਸਿਆ ਜਾਵੇ ਕਿ ਜੀ ਇਹ ਇੱਕ ਹਿੰਦੂ ਸਿੱਖਾਂ ਦੇ ਵਿੱਚ ਵੱਡਾ ਪਾੜੇ ਦੇ ਤੌਰ ਤੇ ਹੈ। 1877 ਦੇ ਕਰੀਬ 70 ਦੇ ਕਰੀਬ ਅੰਗਰੇਜ਼ਾਂ ਨੇ ਇੱਕ ਨਵਾਂ ਸ਼ੋਸ਼ਾ ਹਿੰਦੁਸਤਾਨ ਦੇ ਵਿੱਚ ਛੱਡਿਆ। ਉਹਨਾਂ ਨੇ ਆਰੀਆ ਸਮਾਜ ਮਤ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ ਔਰ ਮੇਰੇ ਖਿਆਲ ਦੇ ਵਿੱਚ ਜਿਸ ਤਰ੍ਹਾਂ ਦੂਸਰੇ ਮਤ ਇਹਨਾਂ ਨੇ ਰਾਧਾ ਸੁਆਮੀ ਇਤਿਹਾਦ ਬਣਵਾਏ ਨੇ, ਉਸੇ ਤਰ੍ਹਾਂ ਇਹਨਾਂ ਨੇ ਆਰੀਆ ਸਮਾਜ ਮਤ ਵੀ ਬਣਵਾਇਆ। ਔਰ ਉਹਨਾਂ ਨੇ ਆਰੀਆ ਸਮਾਜ ਵਾਲਿਆਂ ਨੂੰ ਕਿਹਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਖਲਾਫ ਪ੍ਰਚਾਰ ਕਰੋ। ਹੁਣ 25 ਨਵੰਬਰ 1888 ਦੀ ਗੱਲ ਹੈ ਕਿ ਆਰੀਆ ਸਮਾਜ ਦਾ 11ਵਾਂ ਸਾਲਾਨਾ ਜਲਸਾ ਲਾਹੌਰ ਦੇ ਵਿੱਚ ਚੱਲ ਰਿਹਾ ਸੀ ਔਰ ਇਹ ਲੋਕ ਪ੍ਰਚਾਰ ਕਰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਇੱਕ ਮੂਰਤੀ ਹੈ, ਸਿੱਖ ਇਸ ਨੂੰ ਮੂਰਤੀ ਦੇ ਤੌਰ ਦੇ ਉੱਤੇ ਇਸ ਦੀ ਪੂਜਾ ਕਰਦੇ ਨੇ ਔਰ ਇਹ ਨਜਾਇਜ਼ ਹੈ। ਮੂਰਤੀ, ਉਹ ਆਪਣੇ ਧਰਮ ਦੇ ਵਿੱਚ ਮੂਰਤੀ ਪੂਜਾ ਨੂੰ ਦਾ ਖੰਡਨ ਕਰਦੇ ਸਨ ਹਿੰਦੂ ਧਰਮ ਦੇ ਵਿੱਚ। ਤੇ ਇਸ ਕਰਕੇ ਉਹਨਾਂ ਨੇ ਆਪਣਾ ਹੁਣ ਇਹ ਦੱਸਿਆ ਨਹੀਂ ਉਹਨਾਂ ਨੇ ਵੀ ਮੂਰਤੀ ਜਿਹੜੀ ਹੁੰਦੀ ਹੈ ਉਹ ਕਿਸੇ ਚੀਜ਼ ਦਾ ਪ੍ਰਤੀਕ ਹੁੰਦੀ ਹੈ ਕਿ ਇਹ ਫਲਾਣੇ ਪਰਮਾਤਮਾ ਦੀ ਹੈ, ਫਲਾਨੀ ਸ਼ਕਤੀ ਦੀ ਹੈ ਮੂਰਤੀ, ਪਰ ਗੁਰੂ ਗ੍ਰੰਥ ਸਾਹਿਬ ਤਾਂ ਆਪਣੇ ਆਪ ਗੁਰੂ ਹੈ। ਸੋ ਇਹ ਕਿਸ ਚੀਜ਼ ਦਾ ਪ੍ਰਤੀਕ ਹੋਇਆ, ਇਹ ਇਹਨਾਂ ਨੂੰ ਉਹ ਇਹ ਗੱਲ ਕਹਿ ਨਹੀਂ ਸਕੇ। ਲੇਕਿਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸ਼ੁਰੂ ਕੀਤੀ। ਤਾਂ ਸਭ ਤੋਂ ਪਹਿਲਾ ਜਿਹੜਾ ਇਨਸੀਡੈਂਟ ਸਾਡੇ ਸਾਹਮਣੇ ਉਸ ਵੇਲੇ ਦਾ ਆਉਂਦਾ ਹੈ ਉਹ ਇਸ ਤਰੀਕ ਦਾ ਹੈ। ਤੇ ਇਹਨਾਂ ਨੇ ਕੀ ਕੀਤਾ, ਉਸ ਦਿਨ 25 ਨਵੰਬਰ 1888 ਨੂੰ ਇਹਨਾਂ ਦਾ ਜਲਸਾ ਚੱਲ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਇਹਨਾਂ ਨੇ ਮੇਜ਼ ਦੇ ਉੱਤੇ ਰੱਖੀ ਹੋਈ ਸੀ। ਗਿਆਨੀ ਦਿੱਤ ਸਿੰਘ ਵਗੈਰਾ ਉੱਥੇ ਉਹ ਆਰੀਆ ਸਮਾਜੀ ਬਣ ਚੁੱਕੇ ਸਨ, ਪ੍ਰਚਾਰਕ ਸਨ, ਤੇ ਉਹ ਉੱਥੇ ਇਹਨਾਂ ਦੇ ਉਸ ਜਲਸੇ ਦੇ ਵਿੱਚ ਮੌਜੂਦ ਸੀ। ਤਾਂ ਇੱਕ ਇਹਨਾਂ ਦਾ ਜਿਹੜਾ ਵੱਡਾ ਸਾਧੂ ਜਿਹਨੂੰ ਕਹਿੰਦੇ ਸੀਗੇ, ਜਿਹੜਾ ਕੋਈ ਸੀ, ਉਸ ਨੇ ਲੈ ਕੇ ਔਰ ਕਈ ਸਾਰੇ ਲੋਕਾਂ ਨੇ ਧੂਆਂ ਧਾਰ ਪ੍ਰਚਾਰ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਬਰਖਲਾਫ ਕਿ ਜੀ ਇਹ ਗਲਤ ਹੈ, ਇਸ ਨੂੰ ਮੰਨਣਾ ਨਹੀਂ ਚਾਹੀਦਾ। ਤੇ ਫਿਰ ਉਹਨਾਂ ਨੇ ਇੱਥੋਂ ਤੱਕ ਕਿ ਜੁੱਤੀਆਂ ਲਾ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਹਨਾਂ ਨੇ ਇਹ ਕੀਤਾ ਹੈ। ਸੋ ਜਿਹੜਾ ਹੈਗਾ ਇਧਰੋਂ ਅੰਗਰੇਜ਼ਾਂ ਨੇ ਤਕਰੀਬਨ ਉਸੇ ਸਮੇਂ ਥੋੜੇ ਵਕਫੇ ਨਾਲ ਇੱਥੇ ਅਕਾਲ ਤਖਤ ਦੇ ਉੱਤੇ ਇੱਕ ਬੀੜ ਲਿਆ ਕੇ ਦਸਮ ਗ੍ਰੰਥ ਜਿਹਨੂੰ ਕਹਿੰਦੇ ਸੀ, ਜਾਂ ਉਸ ਵੇਲੇ 10ਵੇਂ ਪਾਤਸ਼ਾਹ ਦਾ ਗ੍ਰੰਥ ਕਹਿੰਦੇ ਸੀ, ਜਾਂ ਜੋ ਵੀ ਉਹਦਾ ਬਚਿੱਤਰ ਨਾਟਕ ਗ੍ਰੰਥ ਜੋ ਵੀ ਉਹਦਾ ਨਾਂ ਸੀ, ਉਹ ਬੀੜ ਲਿਆ ਕੇ ਅਕਾਲ ਤਖਤ ਦੇ ਉੱਤੇ ਲੋਕਾਂ ਨੂੰ ਕਿਹਾ ਵੀ ਤੁਸੀਂ ਇਸ ਨੂੰ ਦੇਖੋ। ਅਕਾਲ ਤਖਤ ਦੇ ਨਾਲ ਇੱਕ ਰੈਸਟ ਹਾਊਸ ਹੁੰਦਾ ਸੀ ਜਿਸ ਨੂੰ ਉਸ ਸਮੇਂ ਦੇ ਅਨੁਸਾਰ ਅਕਾਲ ਤਖਤ ਦੀ ਹੁੰਦੀ ਲਿਖਿਆ ਹੋਇਆ ਹੈ। ਹੁਣ ਹੁੰਦੀ ਲਫ਼ਜ਼ ਆਪਣੇ ਵਰਤਨ ਦੇ ਵਿੱਚ ਨਹੀਂ ਆਉਂਦਾ,
ਤੇ ਉਸ ਦਾ ਮਤਲਬ ਦੇਖਣਾ ਪਏਗਾ ਪਿੱਛੇ ਕੀ ਸੀ। ਤਾਂ ਜਾਪਦਾ ਇਹ ਹੈ ਕਿ ਜਿਸ ਤਰ੍ਹਾਂ ਸਰਾਵਾਂ ਬਣੀਆਂ ਹੋਈਆਂ ਨੇ, ਇਸ ਤਰ੍ਹਾਂ ਦਾ ਕੋਈ ਰੈਸਟ ਹਾਊਸ ਅਕਾਲ ਤਖਤ ਦੇ ਨੇੜੇ ਸੀ। ਉੱਥੇ ਲਿਆ ਕੇ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ 10ਵੇਂ ਪਾਤਸ਼ਾਹ ਦਾ ਲਿਖਤ ਹੈ, ਇਸ ਨੂੰ ਸੋਧ ਲਿਆ ਜਾਵੇ ਤੇ ਇਸ ਨੂੰ ਅੰਗਰੇਜ਼ਾਂ ਨੇ ਪੈਟਰਨਾਈਜ਼ ਕੀਤਾ। ਔਰ ਜਦੋਂ ਉਹ ਸੋਧਣ ਲੱਗੇ ਨਾ, ਤਾਂ ਉਹਨਾਂ ਨੇ 32 ਬੀੜਾਂ ਲਿਆ ਕੇ ਇਧਰੋਂ ਉਧਰੋਂ ਇਕੱਠੀਆਂ ਕਰਕੇ ਤੇ ਉੱਥੇ ਉਹਨਾਂ ਦੀ ਉਹ ਸੁਧਾਈ ਕਰਨੀ ਸ਼ੁਰੂ ਕਰ ਦਿੱਤੀ ਆਪਣੇ ਅਨੁਸਾਰ। ਉਹ ਕੀ ਹੋਇਆ ਇਸ ਦਾ ਮੈਂ ਜਿਹੜੀ ਸੋਧਕ ਕਮੇਟੀ ਹੈ ਉਸ ਦੀ ਰਿਪੋਰਟ ਦੇਖੀ ਹੈ ਤੇ ਮੈਂ ਟ੍ਰਾਂਸਲੇਟ ਕੀਤੀ ਹੈ। ਉਹ ਬਿਲਕੁਲ ਫਾਰਸ ਸੀ, ਬਿਲਕੁਲ ਝੂਠ ਸੀ। ਜਿਸ ਤਰ੍ਹਾਂ ਇੱਕ ਉਹਦੇ ਵਿੱਚ ਨਿਹੰਗ ਸਿੰਘ ਹੈ, ਉਸ ਦੇ ਬਾਰੇ ਕਿਹਾ ਜਾਂਦਾ ਹੈ, ਰਿਪੋਰਟ ਦਿੱਤੀ ਜਾਂਦੀ ਹੈ ਕਿ ਜੀ ਇਹ ਰੋਜ਼ ਆਉਂਦਾ ਸੀ, ਹਰ ਰੋਜ਼ ਸੋਧਕ ਕਮੇਟੀ ਦੀ ਮੀਟਿੰਗ ਅਟੈਂਡ ਕਰਦਾ ਸੀ ਔਰ ਆਪਣਾ ਭਰਪੂਰ ਹਿੱਸਾ ਪਾਉਂਦਾ ਸੀ। ਇਹ ਬੜੀ ਸ਼ਰਧਾ ਤੇ ਨਿਸ਼ਠਾ ਦੇ ਨਾਲ ਆਉਂਦਾ ਸੀ। ਹਾਲਾਂਕਿ ਇਸ ਨੂੰ ਪੰਜਾਬੀ ਵੀ ਚੰਗੀ ਤਰ੍ਹਾਂ ਪੜ੍ਹਨੀ ਨਹੀਂ ਸੀ ਆਉਂਦੀ। ਸੋ ਇਸ ਤਰ੍ਹਾਂ ਦੇ ਔਰ ਹੋਰ ਕਈ ਇਸ ਦੀਆਂ ਮੈਂ ਨੋਟ ਕੀਤੀਆਂ ਵੀ। ਉਹ ਇੱਕ ਮਹਿਜ ਦਿਖਾਵਾ ਸੀ। ਉਹਨਾਂ ਨੇ ਉੱਥੋਂ 10ਮ ਗ੍ਰੰਥ ਤਿਆਰ ਕਰਵਾ ਲਿਆ ਔਰ ਉਸ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਤਾਂ ਕਿ ਜਿਹੜੀ ਸਿੱਖੀ ਹੈ ਇਸ ਨੂੰ ਤਬਦੀਲ ਕਰਕੇ ਉਹ ਆਪਣੇ ਅਨੁਸਾਰ ਲਿਆ ਸਕਣ। ਹੁਣ ਇਹ ਜਿਹੜੀ ਟ੍ਰਿਕ ਹੈ, ਇਹ ਕਈ ਵਾਰੀ ਧਰਮਾਂ ਦੇ ਨਾਲ ਹੋਈ ਹੈ। ਇਹ ਧਰਮਾਂ ਦੇ ਨਾਲ ਇਸ ਤਰ੍ਹਾਂ ਦੇ ਧੱਕੇ ਹੋਏ ਨੇ ਕਿ ਉਹਨਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ ਹਾਕਮਾਂ ਵੱਲੋਂ। ਇਹ ਅੰਗਰੇਜ਼ ਇਸ ਚੀਜ਼ ਨੂੰ ਜਾਣਦੇ ਸਨ ਤੇ ਹਿੰਦੂ ਲੋਕ ਵੀ ਜਾਣਦੇ ਸਨ, ਮੁਸਲਮਾਨ ਵੀ ਜਾਣਦੇ ਨੇ ਚੰਗੀ ਤਰ੍ਹਾਂ ਨਾਲ। ਅੰਗਰੇਜ਼ ਕਿਸ ਤਰ੍ਹਾਂ ਜਾਣਦੇ ਨੇ? ਉਹ ਇਸ ਤਰ੍ਹਾਂ ਜਾਣਦੇ ਨੇ ਕਿ ਜਿਹੜੇ ਕ੍ਰਾਈਸਟ ਦਾ ਜਿਹੜਾ ਉਪਦੇਸ਼ ਸੀ ਉਸ ਨੂੰ ਬਦਲਣਾ ਰੋਮਨ ਅੰਪਾਇਰ ਵਾਸਤੇ ਜ਼ਰੂਰੀ ਸੀ, ਨਹੀਂ ਤਾਂ ਉਹ ਰੋਮਨ ਅੰਪਾਇਰ ਦੀਆਂ ਜੜ੍ਹਾਂ ਦੇ ਉੱਤੇ ਵਾਰ ਕਰਦਾ ਸੀ ਔਰ ਸਮਾਜਿਕ ਕੰਸਰਨ ਜਿਹੜੀ ਸੀ ਕ੍ਰਾਈਸਟ ਦੀ, ਉਸ ਦੀ ਉਹ ਵਿਆਖਿਆ ਕਰਦਾ ਸੀ ਔਰ ਉਸ ਨੂੰ ਪ੍ਰਚਲਿਤ ਕਰਦਾ ਸੀ ਲੋਕਾਂ ਦੇ ਵਿੱਚ। ਤਾਂ ਉਹ ਲੋਕ ਇਹਨੂੰ ਪੋਪ ਪੌਲ ਨੂੰ ਫੜ ਕੇ ਲੈ ਗਏ ਉੱਥੇ ਜਾ ਕੇ, ਲਾਹੌਰ ਦੇ ਉੱਥੇ ਰੋਮ ਦੇ ਵਿੱਚ ਜਾ ਕੇ ਉਹਨਾਂ ਨੇ ਉਹਦੇ ਕੋਲੋਂ ਉਸ ਦੇ ਵਿੱਚ ਤਬਦੀਲੀਆਂ ਕਰਾਈਆਂ ਔਰ ਖਾਸ ਤੌਰ ਦੇ ਉੱਤੇ ਉਸ ਦੇ ਵਿੱਚ ਐਡ ਕਰਵਾਇਆ ਕਿ ਤੁਸੀਂ ਰੋਮਨ ਅੰਪਾਇਰ ਨੂੰ ਜ਼ਰੂਰ ਮੰਨੋ ਤੇ render unto Caesar the things that are Caesar's and unto God the things that are God's। ਮੁਸਲਮਾਨ ਕਿਵੇਂ ਜਾਣਦੇ ਨੇ? ਉਹ ਇਸ ਤਰ੍ਹਾਂ ਜਾਣਦੇ ਨੇ ਕਿ ਈਰਾਨ ਦੇ ਬਾਦਸ਼ਾਹ ਦੀ ਇੱਕ ਰਾਣੀ ਹੁੰਦੀ ਸੀ ਜਿਹੜੀ ਕਿ ਕਾਫੀ ਧਰਮ ਕਰਮ ਦੇ ਵਿੱਚ ਪਾਰਟ ਲੈਂਦੀ ਸੀ। ਉਹ ਆਪਣੇ ਆਪ ਉਹ ਯਹੂਦੀ ਸੀ। ਉਸਨੇ ਸੋਚਿਆ ਕਿ ਇਹ ਜਿਹੜਾ ਇਸਲਾਮ ਹੈ ਇਹਦੇ ਉੱਤੇ ਮੈਂ ਆਪਣੀ ਛਾਪ ਛੱਡਾਂ ਔਰ ਉਸਨੇ ਉੱਥੋਂ ਦੇ ਜਿਹੜੇ ਉਸ ਵੇਲੇ ਬਹੁਤ ਮੁਲਕਾਂ ਦੇ ਵਿੱਚ ਫੈਲਿਆ ਨਹੀਂ ਸੀ ਇਸਲਾਮ, ਥੋੜੇ ਜਿਹੇ ਮੁਲਕਾਂ ਦੇ ਵਿੱਚ ਸੀ। ਉਹਨਾਂ ਦੇ ਸਾਰੇ ਜਿਹੜੇ ਮਜ਼ਹਬੀ ਰਹਿਨੁਮਾ ਸਨ ਉਹਨਾਂ ਨੂੰ ਬੁਲਾ ਕੇ ਤੇ ਉਸ ਦੇ ਵਿੱਚ ਉਹਨੇ ਕੁਰਾਨ ਜਿਹੜਾ ਉਹਨਾਂ ਦਾ ਸਲੀਕਾ ਸੀ ਜਾਂ ਪ੍ਰੇਅਰ ਇਤਿਹਾਦ ਦਾ ਬਾਂਗ ਸਲਾਤ ਇਤਿਹਾਦ ਦੇ ਵਿੱਚ ਉਸਨੇ ਤਬਦੀਲੀਆਂ ਕਰਵਾਈਆਂ ਔਰ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਜਿੰਨੇ ਵੀ ਉਹਦੇ ਵਿੱਚ ਆਏ ਸੀ ਸ਼ਾਮਲ ਹੋਏ ਉਸ ਯੱਗ ਦੇ ਵਿੱਚ, ਉਹਨੇ ਸਾਰਿਆਂ ਨੂੰ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਦੀਆਂ ਥਾਲੀਆਂ ਇਤਿਹਾਦ ਭਰ ਕੇ ਦਿੱਤੀਆਂ। ਯਾਨੀ ਕਿ ਇਸ ਤਰ੍ਹਾਂ ਨਾਲ ਉਸਨੇ ਆਪਣੇ ਇਸਲਾਮ ਦੇ ਉੱਤੇ ਛਾਪ ਛੱਡੀ। ਤਾਂ ਅੰਗਰੇਜ਼ ਵੀ ਇਹੀ ਕੁਝ ਚਾਹੁੰਦੇ ਸੀ, ਹਿੰਦੂ ਵੀ ਇਹੀ ਚਾਹੁੰਦੇ ਸੀ। ਸੋ ਜਿਸ ਵੇਲੇ ਆਪਾਂ 1911 ਦੇ ਵਿੱਚ ਆ ਜਾਂਦੇ ਹਾਂ ਤਾਂ ਰਵਿੰਦਰਨਾਥ ਟੈਗੋਰ ਇਤਰਾਜ਼ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਕੇ ਗੁਰੂ ਸਾਹਿਬ ਨੇ ਬਹੁਤ ਗਲਤ ਕੰਮ ਕੀਤਾ ਹੈ ਤੇ ਗੁਰੂ ਤਾਂ ਦੇਹਧਾਰੀ ਹੀ ਹੋਣਾ ਚਾਹੀਦਾ। ਸੋ ਉੱਥੋਂ ਇਹ ਹਿੰਦੂ ਜਗਤ ਦੇ ਵਿੱਚ ਇਹ ਪ੍ਰਥਾ ਚੱਲੀ ਕਿ ਸਾਰੇ ਜਿੰਨੇ ਵੀ ਦੇਹਧਾਰੀ ਹਨਗੇ ਇਹਨਾਂ ਨੂੰ ਸਪੋਰਟ ਕਰੋ ਔਰ ਜਿਹੜੇ ਸਿੱਖੀ ਨੂੰ ਆਪਣੀਆਂ ਜੜ੍ਹਾਂ ਤੋਂ ਦੂਰ ਲਿਜਾ ਰਹੇ ਨੇ, ਜਿਹੜੇ ਇਸ ਦੇ ਉੱਤੇ ਜਿਹੜਾ ਸਿੱਖੀ ਦਾ ਨੁਕਸਾਨ ਕਰ ਰਹੇ ਨੇ, ਇਹਨਾਂ ਲੋਕਾਂ ਨੂੰ ਜ਼ਿਆਦਾ ਤੁਸੀਂ ਜ਼ਿਆਦਾ ਪ੍ਰਵਾਨ ਕਰੋ ਔਰ ਪ੍ਰਮੋਟ ਕਰੋ ਤੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪਿੱਛੇ ਲਿਆਓ, ਕਿਉਂਕਿ ਉਹ ਕਹਿੰਦੇ ਸੀ ਵੀ ਇਹ ਗੁਰਗੱਦੀ ਨਹੀਂ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਜਾ ਸਕਦੀ। ਤੇ ਜਿਸ ਵੇਲੇ ਇਹ ਹਿੰਦੁਸਤਾਨ ਆਜ਼ਾਦ ਹੁੰਦਾ ਹੈ ਤਾਂ ਪਹਿਲਾਂ ਤਾਂ ਇਹ 1911 ਤੋਂ ਲੈ ਕੇ ਤੇ 47 ਤੱਕ ਤਾਂ ਇਹਨਾਂ ਨੇ
ਇਸ ਗੱਲ ਦੇ ਉੱਤੇ ਬਹੁਤਾ ਜ਼ੋਰ ਨਹੀਂ ਦਿੱਤਾ ਤੇ ਉਹ ਆਪਣੀ ਥਿਉਰੀ ਵੈਸੇ ਉਹਨਾਂ ਨੇ ਘੜ ਲਈ ਪੂਰੀ ਵੀ ਕੀ ਚਾਹੁੰਦੇ ਹਾਂ ਅਸੀਂ। ਉਸ ਤੋਂ ਬਾਅਦ 1947 ਦੇ ਵਿੱਚ ਜਿਸ ਵੇਲੇ ਅਸੀਂ ਆਉਨੇ ਆ ਤੇ ਗਾਂਧੀ ਇੱਥੇ ਬਿਰਲਾ ਹਾਊਸ ਦੇ ਵਿੱਚ ਆਪਣੀਆਂ ਪ੍ਰਾਰਥਨਾ ਦੀਆਂ ਮੀਟਿੰਗ, ਜਿਨ੍ਹਾਂ ਨੂੰ ਕਹਿੰਦਾ ਸੀ ਪ੍ਰਾਰਥਨਾ ਸਭਾ ਕਰਦਾ ਹੈ, ਤਾਂ ਉਹਨਾਂ ਦੇ ਵਿੱਚ ਉਹ ਜਿਹੜਾ ਜ਼ਹਿਰ ਉਗਲਦਾ ਹੈ ਸਿੱਖ ਧਰਮ ਦੇ ਬਰਖਲਾਫ, ਗੁਰੂ ਗ੍ਰੰਥ ਸਾਹਿਬ ਦੇ ਬਰਖਲਾਫ, ਉਸ ਦੀ ਵੰਨਗੀ ਸਾਨੂੰ ਉਸ ਦੇ 100 ਵੋਲੀਅਮ ਦੇ ਵਿੱਚ ਮਿਲਦੀ ਹੈ। ਮੈਂ ਉਹਨਾਂ ਨੂੰ ਲਾਇਬ੍ਰੇਰੀ ਜਾ ਕੇ ਦੇਖਿਆ ਤੇ ਮੈਂ ਉਹਨਾਂ ਦੇ ਵਿੱਚੋਂ ਜਿਹੜੀਆਂ ਕੋਈ ਇਸ ਵੇਲੇ ਸਾਡੇ ਨਾਲ ਸੰਬੰਧਿਤ ਗੱਲਾਂ ਨੂੰ ਉਹਨਾਂ ਨੂੰ ਮੈਂ ਨੋਟ ਕੀਤਾ। ਉਹ ਕਹਿੰਦਾ ਹੈ ਕਿ ਦੇਖੋ ਇਹ ਮੈਂ ਕਹਿੰਦਾ ਪਹਿਲਾਂ ਉਹ ਅੰਮ੍ਰਿਤ ਕੌਰ ਨੂੰ ਕਹਿੰਦਾ, ਜਿਹੜੀ ਰਾਜਕੁਮਾਰੀ ਅੰਮ੍ਰਿਤ ਕੌਰ ਸੀ, ਉਹ ਪੰਜਾਬ ਦੇ ਨਾਲ ਤਲਕ ਰੱਖਦੀ ਸੀ, ਹਾਲਾਂਕਿ ਸਿੱਖ ਨਹੀਂ ਸੀ। ਲੇਕਿਨ ਗਾਂਧੀ ਉਹਨੂੰ ਕਹਿੰਦਾ ਹੈ ਤੂੰ ਆਪਣੇ ਇਹਨਾਂ ਨੂੰ ਕਹਿ ਲੋਕਾਂ ਨੂੰ ਵੀ ਇਹ ਪੰਜਾਬੀ ਨੂੰ ਛੱਡ ਦੇਣ ਤੇ ਦੇਵਨਾਗਰੀ ਦੇ ਵਿੱਚ ਆਪਣਾ ਗ੍ਰੰਥ ਲਿਖਣ। ਫਿਰ ਉਹ ਇੱਕ ਵਾਰੀ ਕੋਈ ਡੈਪੂਟੇਸ਼ਨ ਉਹਦੇ ਕੋਲੇ ਆਉਂਦਾ ਹੈ ਤੇ ਉਹਨਾਂ ਨੂੰ ਉਹ ਬੜੇ ਕੁਰਖਤ ਤਰੀਕੇ ਨਾਲ ਔਰ ਬੜੇ ਨਫ਼ਰਤ ਦੇ ਨਾਲ ਕਹਿੰਦਾ ਹੈ ਕਿ ਦੇਖੋ ਮੈਂ ਤੁਹਾਡਾ ਗੁਰੂ ਗ੍ਰੰਥ, ਤੁਹਾਡਾ ਗ੍ਰੰਥ ਪੜ੍ਹਿਆ ਔਰ ਮੈਂ ਕੋਈ ਤੁਹਾਡੇ ਕਰਕੇ ਨਹੀਂ ਪੜ੍ਹਿਆ, ਮੈਂ ਆਪਦੀ ਮਰਜ਼ੀ ਨਾਲ ਇਸ ਨੂੰ ਗਿਆਨ ਹਾਸਲ ਕਰਨ ਵਾਸਤੇ ਪੜ੍ਹਿਆ ਔਰ ਮੈਨੂੰ ਪਤਾ ਹੈ ਕਿ ਇਹਦੇ ਵਿੱਚ ਨਾ ਕੋਈ ਕਿਤੇ ਲਿਖਿਆ ਵੀ ਕਿਰਪਾਨਾਂ ਰੱਖੋ, ਨਾ ਲਿਖਿਆ ਦਾੜੀਆਂ ਤੇ ਕੇਸ ਰੱਖੋ, ਤੁਸੀਂ ਇਹ ਭੇਸ ਬਣਾਇਆ ਹੋਇਆ। ਯਾਨੀ ਕਿ ਇਸ ਕਿਸਮ ਦੀ ਗੱਲ ਉਹ ਕਰਦਾ ਹੈ। ਫਿਰ ਉਹ ਉੱਥੇ ਪ੍ਰਚਾਰ ਕਰਦਾ ਪ੍ਰਾਰਥਨਾ ਸਭਾਵਾਂ ਦੇ ਵਿੱਚ ਕਿ ਸਿੱਖ ਤਾਂ ਜੀ ਬਹੁਤ ਜ਼ਾਲਿਮ ਹਨਗੇ, ਬੜਾ ਇਹ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ, ਇਹ ਮੀਟ ਖਾਂਦੇ ਨੇ ਇੱਥੇ ਚਾਂਦਨੀ ਚੌਕ ਦੇ ਵਿੱਚ ਤੇ ਨੰਗੀਆਂ ਕਿਰਪਾਨਾਂ ਲੈ ਕੇ ਨੱਚਦੇ ਨੇ ਤੇ ਇਹ ਕਰਦੇ ਨੇ। ਤੇ ਫਿਰ ਇੱਕ ਵਾਰੀ ਕਹਿੰਦਾ ਕਿ ਮੁਸਲਮਾਨਾਂ ਨੂੰ ਇਹ ਮਾਰਦੇ ਨੇ, ਜਿੱਥੇ ਜਿਹੜੇ ਮੁਸਲਮਾਨਾਂ ਨੂੰ ਕਹਿ ਰਿਹਾ ਸੀ ਮਾਰਦੇ ਨੇ, ਸਿੱਖਾਂ ਨੇ ਤਲਵਾਰਾਂ ਨਾਲ ਮਾਰੇ ਜੀ, ਇੰਨੇ ਮੁਸਲਮਾਨ ਮਾਰਤੇ। ਉੱਥੇ ਜਾ ਕੇ ਇੱਕ ਡੈਪੂਟੇਸ਼ਨ ਨੇ ਇਨਵੈਸਟੀਗੇਸ਼ਨ ਕੀਤਾ, ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਉਹਨਾਂ ਸਾਰਿਆਂ ਨੂੰ CRP ਨੇ ਗੋਲੀਆਂ ਮਾਰ ਕੇ ਮਾਰਿਆ ਸੀ। ਸਾਰਿਆਂ ਦੇ ਗੋਲੀਆਂ ਦੇ ਨਿਸ਼ਾਨ ਸਨ ਜਾਂ ਉਹਨਾਂ ਦੇ ਗੋਲੀ ਨਾਲ ਹਮਲਾ ਹੋਇਆ ਸੀ, ਬੰਦੂਕ ਨਾਲ ਹਮਲਾ ਹੋਇਆ ਸੀ, ਕਿਰਪਾਨ ਦਾ ਕੋਈ ਉਹਦੇ ਨਾਲ ਤਲਕ ਨਹੀਂ ਸੀ। ਤਾਂ ਫਿਰ ਉਹ ਕਹਿੰਦਾ ਹੈ ਸਿੱਖਾਂ ਨੂੰ, ਇੱਕ ਵਾਰੀ ਕਹਿੰਦਾ ਹੈ ਕਿ ਤੁਸੀਂ ਇੱਥੇ ਕੀ ਲੈਣ ਆ ਰਹੇ ਹੋ, ਤੁਸੀਂ ਆਪਣੇ ਪੰਜਾਬ ਜਾਓ। ਯਾਨੀ ਕਿ ਜਿਹੜਾ ਵੀ ਸਾਰਾ ਕੁਝ ਉਸਨੇ ਜੋ ਉਹਨਾਂ ਸਮਿਆਂ ਦੇ ਵਿੱਚ 1911 ਤੋਂ ਲੈ ਕੇ ਤੇ 47 ਤੱਕ ਜੋ ਉਹਨਾਂ ਨੇ ਸਿੱਖ ਪੰਥ ਵਾਸਤੇ ਪਕਾ ਕੇ ਰੱਖਿਆ ਸੀ, ਉਸਨੇ ਉਸ ਵੇਲੇ ਸਾਰਾ ਉਗਲ ਦਿੱਤਾ। ਉਹਨਾਂ ਨੂੰ ਲੱਗਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸੱਭਿਆਚਾਰ ਵੱਖਰਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੋਲੀ ਵੱਖਰੀ ਹੈ, ਗੁਰੂ ਗ੍ਰੰਥ ਸਾਹਿਬ ਵੱਖਰੇ ਧਰਮ ਦਾ ਪ੍ਰਚਾਰ ਕਰਦਾ ਹੈ ਔਰ ਇਸ ਤਰ੍ਹਾਂ ਇੱਕ ਵੱਖਰੇ ਨੇਸ਼ਨ ਦਾ ਇਹ ਨਿਰਮਾਣ ਕਰਦਾ। ਸੋ ਉਹਨਾਂ ਨੂੰ ਇਹ ਬਹੁਤ ਮਾੜਾ ਲੱਗਦਾ ਸੀ। ਆਪਣੇ ਲੋਕਾਂ ਨੇ ਜਿਹੜੀ ਧਾਰਾ 25 ਦੇ ਬਾਰੇ ਇੰਨਾ ਆਪਣੇ ਜ਼ਿਕਰ ਹੈ, ਉਹ ਜਿਵੇਂ ਕਹਿੰਦੇ ਹੁੰਦੇ ਆ, ਬਹੁਤ ਹੈ ਜਿਸ ਕਦਰ ਜ਼ਿਕਰੇ ਖੁਦਾ ਖੌਫੇ ਖੁਦਾ ਕਮ ਹੈ। ਇਸ ਤਰ੍ਹਾਂ ਹੀ ਇਸ ਦੀ ਜਿਹੜੀ ਅੰਡਰਸਟੈਂਡਿੰਗ ਹੈ ਧਾਰਾ 25 ਦੀ, ਉਹ ਸਾਡੇ ਵਿੱਚ ਬਹੁਤ ਘੱਟ ਹੈ। ਧਾਰਾ 25 ਦੇ ਵਿੱਚ ਇਹਨਾਂ ਨੇ ਸਾਫ਼ ਲਿਖਿਆ ਹੋਇਆ ਹੈ ਕਿ ਹਿੰਦੂ ਧਰਮ ਦੇ ਵਿੱਚ ਜੋ ਸਮੇਂ ਦੀ ਰੌਂ ਹੈ ਤੇ ਸਮਾਜ ਦੀਆਂ ਲੋੜਾਂ ਹਨਗੀਆਂ ਔਰ ਦੂਸਰਾ ਕੁਛ ਹੈ, ਇਸ ਦੇ ਅਨੁਸਾਰ ਅਸੀਂ ਤਬਦੀਲੀਆਂ ਕਰਾਂਗੇ। ਇਹ ਉਹਦੇ ਵਿੱਚ ਲਿਖਿਆ ਹੋਇਆ ਹੈ 25 ਧਾਰਾ ਦੇ ਵਿੱਚ। ਔਰ ਇਹ ਜਿਹੜੀ ਕਿਰਪਾਨ ਵਾਲੀ ਗੱਲ ਕਰਦੇ ਨੇ ਜਾਂ ਕੇਸਾਧਾਰੀ ਹਿੰਦੂਆਂ ਦੀ ਗੱਲ ਕਰਦੇ ਨੇ, ਉਹਦੇ ਨਾਲੋਂ ਇਹ ਜਿਹੜਾ ਅੰਸ਼ ਲਿਖਿਆ ਹੋਇਆ ਉਹਦੇ ਵਿੱਚ ਇਹ ਪ੍ਰੋਵੀਜ਼ਨ ਹੈ, ਇਹ ਬਹੁਤ ਜ਼ਿਆਦਾ ਖਤਰਨਾਕ ਹੈ। ਔਰ ਫਿਰ ਉਹ ਕੀ ਕਰਦੇ ਨੇ ਕਿ ਉਸ ਨੂੰ ਉਹ ਕਹਿੰਦੇ ਨੇ ਕਿ ਜਿਹੜੇ ਜੈਨ ਬੁੱਧ ਸਿੱਖ ਹਨਗੇ ਇਹ ਹਿੰਦੂ ਹੀ ਹਨਗੇ। ਯਾਨੀ ਕਿ ਇਸ ਤਰ੍ਹਾਂ ਹਿੰਦੂ ਕਹਿ ਕੇ ਉਹਨਾਂ ਨੂੰ, ਔਰ ਦੂਸਰੀ ਕਲੌਜ਼ ਦੇ ਵਿੱਚ ਇਹ ਪ੍ਰੋਵੀਜ਼ਨ ਰੱਖ ਕੇ ਉਹਨਾਂ ਨੇ ਹੱਕ ਹਾਸਲ ਕਰ ਲਿਆ, ਕਨਸਟੀਟਿਊਸ਼ਨਲ ਹੱਕ ਹਾਸਲ ਕਰ ਲਿਆ ਕਿ ਅਸੀਂ ਸਿੱਖ ਧਰਮ ਦੇ ਵਿੱਚ ਤਬਦੀਲੀਆਂ ਕਰ ਸਕਦੇ ਹਾਂ। ਸੋ ਉਹਨਾਂ ਦਾ ਮਸਲਾ ਜਿਹੜਾ ਹੈਗਾ, ਉਹਨਾਂ ਦਾ ਮਸਲਾ ਹੈ ਸਿੱਖ ਧਰਮ ਦੇ ਵਿੱਚ ਤਬਦੀਲੀਆਂ ਕਰਨ ਦਾ। ਸਿੱਖ ਧਰਮ ਨੂੰ ਉਹ ਕਹਿੰਦੇ ਰਿਫਾਰਮ, ਜਿਹਨੂੰ ਕਹਿੰਦੇ ਰਿਫਾਰਮ ਪ੍ਰੋਜੈਕਟ ਉਹਨਾਂ ਨੇ ਬਣਾਇਆ ਹੋਇਆ ਸਿੱਖ ਧਰਮ ਵਾਸਤੇ, ਤੇ ਉਹ ਉਸ ਨੂੰ ਇਸ ਵਾਸਤੇ ਪਰਸੂ ਕਰ ਰਹੇ ਆ ਕਿ ਇਹ ਉਹਨਾਂ ਦੇ ਖਿਆਲ ਦੇ ਨਾਲ ਨੇਸ਼ਨ
ਜਿਹੜਾ ਹਿੰਦੂ ਨੇਸ਼ਨ ਹੈ ਤਾਂ ਹੀ ਤਗੜਾ ਹੋ ਸਕਦਾ ਹੈ ਜੇ ਇਸ ਦੇ ਵਿੱਚ ਇਸ ਸਿੱਖ ਧਰਮ ਜਿਹੜਾ ਹੈ ਉਸ ਨੂੰ ਸ਼ਾਮਲ ਕਰ ਲਿਆ ਜਾਵੇ, ਰਲ ਗੱਡ ਕਰ ਲਿਆ ਜਾਵੇ। ਸ਼ਾਮਲ ਤਾਂ ਸਿੱਖ ਹੈਗੇ ਇਹਦੇ ਵਿੱਚ ਤੇ ਸਾਰੇ ਧਰਮ ਸ਼ਾਮਲ ਹਨਗੇ। ਕਈ ਧਰਮ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਦਾ ਮਤਲਬ ਇਹ ਨਹੀਂ ਵੀ ਉਹ ਕੋਈ ਉਹਦੇ ਹਿੰਦੁਸਤਾਨ ਦੇ ਬਰਖਲਾਫ ਬਣਗੇ, ਲੇਕਿਨ ਉਹਨਾਂ ਨੂੰ ਸਬਰ ਨਹੀਂ ਆਉਂਦਾ। ਉਹਨਾਂ ਨੂੰ ਉਹ ਜਿਹੜੀ ਗੱਲ ਹੈ ਜਨੇਊ ਨਾ ਪਾਉਣ ਦੀ ਔਰ ਵੱਖਰਾ ਸੱਭਿਆਚਾਰ ਸਿਰਜਣ ਦੀ, ਜਾਤ ਪਾਤ ਸਿਸਟਮ ਨੂੰ ਛੱਡਣ ਦੀ ਔਰ ਇਸ ਤੋਂ ਬਾਹਰ ਸਮਾਜ ਜਾ ਕੇ ਸਿਰਜਣ ਦੀ, ਇਹ ਗੱਲ ਉਹਨਾਂ ਨੂੰ ਗਵਾਰਾ ਨਹੀਂ ਜੀ। ਇਸ ਕਰਕੇ ਇਹਨਾਂ ਨੇ 1947 ਤੋਂ ਲੈ ਕੇ 1966 ਤੱਕ ਸਿੱਖਾਂ ਨੂੰ ਪੰਜਾਬ ਦੇ ਵਿੱਚ ਇਫੈਕਟਿਵ ਪੋਲੀਟੀਕਲ ਪਾਵਰ ਨਹੀਂ ਬਣ ਦਿੱਤੀ ਤਾਂ ਕਿ ਇਹ ਆਪਣੇ ਧਰਮ ਦੇ ਅਸੂਲਾਂ ਨੂੰ ਪੱਕੀਆਂ ਲੀਹਾਂ ਦੇ ਉੱਤੇ ਘੜ ਨਾ ਸਕਣ। ਫਿਰ ਉਹਨਾਂ ਨੇ ਉਸ ਤੋਂ ਬਾਅਦ 1966 ਤੋਂ ਬਾਅਦ 1966 ਤੋਂ ਪਹਿਲਾਂ ਤਾਂ ਕਦੇ ਕੋਈ ਪੰਜਾਬ ਦੀ ਸਿੱਖਾਂ ਦੀ ਸਰਕਾਰ ਬਣਨ ਦਾ ਮਸਲਾ ਸਾਹਮਣੇ ਨਹੀਂ ਸੀ ਆਇਆ, ਲੇਕਿਨ 1966 ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣਾਇਆ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਮਸਲਾ ਗੁਰੂ ਗ੍ਰੰਥ ਸਾਹਿਬ ਦੇ ਸੱਭਿਆਚਾਰ ਨੂੰ ਮੰਨਣ ਵਾਲੇ ਲੋਕ ਜਦੋਂ ਸਰਕਾਰਾਂ ਬਣਾਉਣ ਲੱਗੇ ਤਾਂ ਉਹਨਾਂ ਦੇ ਇਹ ਗੱਲਾਂ ਜਿਹੜੀਆਂ ਹੁੰਦੀਆਂ ਲਿਖ ਦੇ ਵਿੱਚ ਨਹੀਂ ਹੁੰਦੀਆਂ। ਇਹਨਾਂ ਗੱਲਾਂ ਨੂੰ ਇਸ ਤਰ੍ਹਾਂ ਨਹੀਂ ਦੱਸਿਆ ਜਾ ਸਕਦਾ ਕਿ ਜੀ ਇਹ ਫਲਾਣੇ ਚੈਪਟਰ ਦੇ ਵਿੱਚ ਫਲਾਣੀ ਥਾਂ ਦੇ ਉੱਤੇ ਫਲਾਣੀ ਜਗ੍ਹਾ ਦੇ ਉੱਤੇ ਵਾਰਤਾਲਾਪ ਦੇ ਵਿੱਚ ਹੋਈਆਂ ਜਾਂ ਇਹਨਾਂ ਦਾ, ਲੇਕਿਨ ਉਹ ਜਿਹੜੇ ਅਮਲ ਹੈ ਸਰਕਾਰਾਂ ਦੇ ਸਾਡੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਇਹ ਹਨਗੇ ਕਿ ਉਹਨਾਂ ਨੇ ਇੱਥੇ ਹਰ ਆਉਣ ਵਾਲੀ ਸਰਕਾਰ ਨੂੰ ਇਹ ਵਾਅਦਾ ਕਰਵਾਇਆ ਉਹਦੇ ਕੋਲੋਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸੱਭਿਆਚਾਰ ਦੇ ਵਿੱਚ, ਸਿੱਖੀ ਦੇ ਵਿੱਚ ਕੋਈ ਤਬਦੀਲੀ ਜਿਹੜੀ ਅਸੀਂ ਕਰਨਾ ਚਾਹੁੰਦੇ ਹਾਂ ਤੁਸੀਂ ਉਸ ਨੂੰ ਰਜਿਸਟ ਨਹੀਂ ਕਰੋਗੇ, ਤੁਸੀਂ ਉਹਦੇ ਨਾਲ ਚੱਲੋਗੇ। ਤੇ ਸਾਡੇ ਜਿਹੜੇ ਕਈ ਆਗੂ ਹਨਗੇ ਜਿਵੇਂ ਪ੍ਰਕਾਸ਼ ਸਿੰਘ ਬਾਦਲ, ਉਹ ਤਾਂ ਉਹਨਾਂ ਤੋਂ ਵੀ 4 ਕਦਮ ਹੋ ਕੇ ਅਗਾਂਹ ਚੱਲੇ। ਤਾਂ ਉਹਨਾਂ ਨੇ ਇਹ ਗੁਰੂ ਗ੍ਰੰਥ ਦੇ ਉਪਦੇਸ਼ ਨੂੰ ਸਮਾਜ ਦੇ ਵਿੱਚੋਂ ਅਸਰਹੀਨ ਕਰਨ ਦੀ ਇਹ ਕਾਰਵਾਈ ਆਰੰਭੀ ਹੈ। ਜੋ ਅਸਲ ਸਾਡਾ ਮਸਲਾ ਹੈ ਉਹ ਇਹ ਹੈ, ਨਾ ਕਿ ਇਹ ਕਿ ਉਹਨਾਂ ਨੂੰ ਵੋਟਾਂ ਚਾਹੀਦੀਆਂ ਜਾਂ ਉਹ ਸਿੱਖਾਂ ਦੇ ਇਹ ਕਰਨਾ ਚਾਹੁੰਦੇ ਆ ਜਾਂ ਉਹਨਾਂ ਨੂੰ ਕੋਈ ਹੋਰ ਕੋਈ ਪ੍ਰੋਬਲਮ ਹੈ। ਉਹਨਾਂ ਨੂੰ ਪ੍ਰੋਬਲਮ ਇੱਕੋ ਹੀ ਹੈ ਵੀ ਇਹ ਸਿੱਖੀ ਜਿਹੜੀ ਹੈ ਇਹ ਇੱਕ ਇੰਡੀਪੈਂਡੈਂਟ ਸਮਾਜ ਸਿਰਜਦੀ ਹੈ ਔਰ ਉਹ ਸਮਾਜ ਜਿਹੜਾ ਹੈਗਾ ਜਾਤ ਪਾਤ ਦੇ ਵਿਰੁੱਧ ਹੈ। ਜਿਹੜਾ ਅਸੀਂ ਸਮਾਜ ਸਿਰਜਣਾ ਸਾਡੇ ਆਜ਼ਾਦ ਹਿੰਦੁਸਤਾਨ ਨੇ, ਉਹ ਸਮਾਜ ਜਾਤ ਪਾਤ ਦਾ ਹਿੱਸਾ ਹੋਏਗਾ, ਜਾਤ ਪਾਤੀ ਸਮਾਜ ਹੋਏਗਾ। ਉਸ ਦੇ ਵਿੱਚ ਇਹ ਸਮਾ ਨਹੀਂ ਸਕਦਾ ਔਰ ਇਸ ਦੇ ਰਹਿੰਦਿਆਂ ਹੋਇਆਂ ਸਾਰਿਆਂ ਦੇ ਉੱਤੇ ਜਾਤ ਪਾਤ ਨੂੰ ਨਾਸਫ ਨਹੀਂ ਕੀਤਾ ਜਾ ਸਕਦਾ, ਜਾਤ ਪਾਤ ਨੂੰ ਠੋਸਿਆ ਨਹੀਂ ਜਾ ਸਕਦਾ। ਇਸ ਕਰਕੇ ਉਹ ਪੰਜਾਬੀ ਨੂੰ ਖਤਮ ਕਰਨਾ ਚਾਹੁੰਦੇ ਨੇ। ਕਿੰਨੀ ਦੇਰ ਦਾ ਪੰਜਾਬੀ ਸੂਬਾ ਬਣਿਆ ਲੇਕਿਨ ਅਜੇ ਤੱਕ ਉਹ ਪੰਜਾਬੀ ਲੈਂਗੁਏਜ ਅਫੀਸ਼ੀਅਲ ਤੌਰ ਦੇ ਉੱਤੇ ਪੰਜਾਬੀ ਪੰਜਾਬ ਸਟੇਟ ਦੀ ਲੈਂਗੁਏਜ ਨਹੀਂ ਬੋਲੀ ਨਹੀਂ ਬਣ ਸਕੀ। ਗੁਰਮੁਖੀ ਅੱਖਰਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਗੁਰਮੁਖੀ ਪੰਜਾਬੀ ਬੋਲੀ ਨੂੰ ਖਤਮ ਕਰਨਾ ਚਾਹੁੰਦੇ ਨੇ। ਇਸ ਨੂੰ ਖਤਮ ਕਰਨ ਦੇ ਕਈ ਸਾਰੇ ਤਰੀਕੇ ਇਹਨਾਂ ਨੇ ਆਜ਼ਾਦ ਕੀਤੇ ਨੇ। ਇੱਕ ਤਰੀਕਾ ਇਹ ਹੈ ਕਿ ਹਿੰਦੀ ਸੰਸਕ੍ਰਿਤ ਦੇ ਲਫ਼ਜ਼ ਇਤਿਹਾਦ ਇਸ ਦੇ ਵਿੱਚ ਘੁਸੇੜ ਦਿਓ ਤੇ ਇਸ ਨੂੰ ਬਣਾਓ, ਇਸ ਨੂੰ ਪੰਜਾਬੀ ਦੀ ਜਗ੍ਹਾ ਦੇ ਉੱਤੇ ਇੱਕ ਸੰਸਕ੍ਰਿਤਾਈਜ਼ਡ ਪੰਜਾਬੀ ਬਣਾ ਲਓ। ਸੋ ਇਹ ਸਾਡੀ ਸੱਭਿਅਤਾ ਦਾ ਸਤਿਆਨਾਸ਼ ਕਰਨਾ ਚਾਹੁੰਦੇ ਨੇ ਤੇ ਸੱਭਿਅਤਾ ਦਾ ਨਾਸ਼ ਕਰਨ ਦੇ ਵਾਸਤੇ ਇਹ ਸਾਰੇ ਤਰਦਦ ਹੋ ਰਹੇ ਨੇ। ਇਸ ਤੋਂ ਘੱਟ ਦੂਸਰੀ ਕੋਈ ਗੱਲ ਨਹੀਂ ਹੈ। ਜਿਹੜੀ 25 ਧਾਰਾ ਹੈਗੀ ਇਸ ਦਾ ਜੋ ਕੀ ਅਸਰ ਹੋਇਆ ਹੈ ਔਰ ਇਸ ਦੇ ਅਧੀਨ ਇਹ ਸਾਰੀ ਨੀਤੀ ਜਿਹੜੀ ਹੈ ਇਹ ਚੱਲ ਰਹੀ ਹੈ ਸਿੱਖ ਧਰਮ ਨੂੰ ਖਤਮ ਕਰਨ ਦੀ ਇਸ ਮੁਲਕ ਦੇ ਵਿੱਚੋਂ ਔਰ ਪੰਜਾਬੀ ਬੋਲੀ ਨੂੰ, ਗੁਰੂ ਗ੍ਰੰਥ ਸਾਹਿਬ ਦੇ ਅਸਰ ਨੂੰ ਖਤਮ ਕਰਨ ਦੀ ਜਿਹੜੀ ਚੱਲ ਰਹੀ ਨੀਤੀ ਹੈ ਇਸ ਦਾ ਇਹ ਹੈ ਇਹ ਕੇਂਦਰ ਦੇ ਵਿੱਚ ਨਾ ਕਿ ਸਿਰਫ ਵੋਟਾਂ ਲੈਣ ਦਾ ਮਸਲਾ ਹੈ। ਉਹ ਇਸ ਨੀਤੀ ਦੇ ਅਧੀਨ ਇੱਕ ਮਕਸਦ ਹੈ ਕਿ ਨਿਰੰਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੋ ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਇਸ ਦਾ ਜਿਹੜਾ ਨਿਰਮਲ ਭਾਵ ਹੈ ਤੇ ਜਿਹੜਾ ਇਸ ਦਾ ਸਤਿਕਾਰ ਹੈ ਉਸ ਨੂੰ ਹਟਾ ਦਿਓ। ਇਹ ਇਹਨਾਂ ਦੀ ਸਟ੍ਰੈਟਜੀ ਦਾ ਇੱਕ ਹਿੱਸਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਜਿਸ ਵੇਲੇ
ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਹੈ 85 ਤੋਂ ਬਾਅਦ, ਜੀ ਤਾਂ ਉਹ ਪਹਿਲੇ ਦਿਨ ਕੀ ਹੋਇਆ ਹੈ, ਜਿਸ ਦਿਨ ਇੱਥੇ ਇਨੋਗ੍ਰੇਸ਼ਨ ਹੋਇਆ ਸਰਕਾਰ ਦਾ, ਸਰਕਾਰ ਬਣੀ ਹੈ, ਉਸ ਦਿਨ ਪਹਿਲੇ ਦਿਨ ਇੱਕ ਹਿੰਦੂ ਛੋਕਰਾ ਭੱਜ ਕੇ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਜਿਸ ਵੇਲੇ ਪ੍ਰਕਾਸ਼ ਹੁੰਦਾ ਉਸ ਤੋਂ ਪਹਿਲਾਂ ਪੀੜਾ ਪਿਆ ਹੁੰਦਾ ਹੈ, ਤੇ ਆ ਕੇ ਉਹ ਅਕਾਲ ਤਖਤ ਤੋਂ ਲੈ ਕੇ ਆਉਂਦੇ ਨੇ ਤੇ ਉੱਥੇ ਪ੍ਰਕਾਸ਼ ਕਰਦੇ ਨੇ। ਜੀ ਜਿਸ ਉਸ ਪ੍ਰਕਾਸ਼ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆ ਰਹੀ ਸੀ ਤੇ ਉਹ ਭੱਜ ਕੇ ਜਾ ਕੇ ਪੀੜੀ ਦੇ ਉੱਤੇ ਬੈਠ ਜਾਂਦਾ ਸਾਰੇ ਦਰਬਾਰ ਸਾਹਿਬ ਦੇ ਵਿੱਚ, ਔਰ ਕਿਹਾ ਜਾਂਦਾ ਹੈ ਕਿ ਜੀ ਇਹ ਬੜਾ ਇਹ ਪਾਗਲ ਸੀ, ਇਹਦਾ ਨੀਮ ਪਾਗਲ ਹੈ, ਇਹਦਾ ਦਿਮਾਗ ਠੀਕ ਨਹੀਂ ਸੀ, ਇਸ ਕਰਕੇ ਇਹ ਚਲਾ ਗਿਆ। ਹੁਣ ਇਹ ਦਿਮਾਗ ਜਿਨ੍ਹਾਂ ਦਾ ਠੀਕ ਨਹੀਂ, ਉਹ ਬਾਰ-ਬਾਰ ਕਦੇ ਫਤਿਹਗੜ੍ਹ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕਰਦੇ ਆ ਹੁਣ ਪਿੱਛੇ ਜੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਕੀਤਾ। ਇਹ ਸਾਰੇ ਦੇ ਸਾਰੇ ਪਾਗਲ ਜਿੰਨੇ ਹੈਗੇ, ਇਹ ਸਿਰਫ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਤਿਰਸਕਾਰ ਕਰਨ ਵਾਸਤੇ ਗੁਰਦੁਆਰੇ ਪਹੁੰਚਦੇ ਨੇ, ਕਿਤੇ ਮੰਦਰ ਨਹੀਂ ਜਾਂਦੇ, ਕਿਤੇ ਚਰਚ ਨਹੀਂ ਜਾਂਦੇ, ਕਿਤੇ ਹੋਰ ਜਗ੍ਹਾ ਨਹੀਂ ਜਾਂਦੇ, ਸਿਰਫ ਇਹਨਾਂ ਨੂੰ ਇਹ ਦਿਸਦਾ। ਸੋ ਇਹ ਇੱਕ ਉਸ ਸਾਜ਼ਿਸ਼ ਦਾ ਹਿੱਸਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਦੇ ਵਿੱਚੋਂ, ਸਿੱਖੀ ਦੇ ਮੰਡਲ ਦੇ ਵਿੱਚੋਂ ਮਨਫੀ ਕੀਤਾ ਜਾਵੇ। ਤਾਂ ਇਹ ਪੰਜਾਬੀ ਅੱਖਰਾਂ ਨੂੰ ਤੇ ਗੁਰਮੁਖੀ ਅੱਖਰਾਂ ਨੂੰ ਤੇ ਪੰਜਾਬੀ ਬੋਲੀ ਨੂੰ ਵੀ ਖਤਮ ਕਰਨਾ ਚਾਹੁੰਦੇ ਨੇ। ਜਿਸ ਤਰ੍ਹਾਂ ਗਾਂਧੀ ਨੇ ਕਿਹਾ ਸੀ ਕਿ ਤੁਸੀਂ ਆਪਣਾ ਗੁਰੂ ਗ੍ਰੰਥ ਸਾਹਿਬ ਹਿੰਦੀ ਦੇ ਵਿੱਚ ਲਿਖੋ, ਦੇਵਨਾਗਰੀ ਅੱਖਰਾਂ ਦੇ ਵਿੱਚ ਲਿਖੋ, ਤੇ ਇਹਨਾਂ ਨੇ ਇਹ ਹਿੰਦੀ ਦੇ ਨੇੜੇ ਲਿਆਉਣ ਵਾਸਤੇ ਔਰ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਤੋਂ ਦੂਰ ਲਿਜਾਣ ਵਾਸਤੇ ਪੰਜਾਬੀ ਨੂੰ ਇਹਨਾਂ ਨੇ ਹਿੰਦੀ ਦੇ ਸੰਸਕ੍ਰਿਤ ਦੇ ਲਫ਼ਜ਼ ਪੰਜਾਬੀ ਦੇ ਵਿੱਚ ਘੁਸੇੜਨੇ ਸ਼ੁਰੂ ਕੀਤੇ ਨੇ। ਯੂਨੀਵਰਸਿਟੀਆਂ ਔਰ ਕਾਲਜਸ ਇਤਿਆਦ ਇਹ ਅਮਲ ਕਰ ਰਹੇ ਨੇ। ਤਾਂ ਇਹ ਸਾਰਾ ਕੁਝ ਜਿਹੜਾ ਹੈ ਇਹਨਾਂ ਦਾ ਸਿੱਖ ਸੱਭਿਆਚਾਰ ਨੂੰ ਮੁੱਢੋਂ ਖਤਮ ਕਰਨ ਦੀ ਸਕੀਮ ਹੈ। ਇਹ ਸਿਰਫ ਮਸਲਾ ਵੋਟਾਂ ਲੈਣ ਦਾ ਔਰ ਵੋਟਾਂ ਦੇ ਨਾਲ ਸੰਬੰਧਿਤ ਨਹੀਂ, ਇਸ ਤੋਂ ਡੂੰਘੀਆਂ ਗੱਲਾਂ ਨੇ ਜਿਹੜੀਆਂ ਕਿ ਅਸੀਂ ਸਮਝ ਨਹੀਂ ਸਕੇ ਤੇ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਤਾਂ ਕਿ ਅਸੀਂ ਉਸ ਕਿਸਮ ਦੀ ਡਿਫੈਂਸ ਕਰ ਸਕੀਏ ਆਪਣੇ ਗੁਰੂ ਦੀ, ਜਿਸ ਤਰ੍ਹਾਂ ਦੀ ਸਾਨੂੰ ਕਰਨੀ ਚਾਹੀਦੀ ਹੈ, ਨਾ ਕਿ ਉਸ ਤਰ੍ਹਾਂ ਦੀ ਕਰੀਏ ਜਿਸ ਦਿਨ ਜਿਹੜੀ ਕਿ ਕਿਸੇ ਪਾਸੇ ਹੋਰ ਜਾਂਦੀ ਹੋਵੇ। ਸਾਡਾ ਮਕਸਦ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਮਹਿਫੂਜ਼ ਕਰਨਾ ਹੈ, ਨਾ ਕਿ ਇਸ ਦੇ ਆਲੇ ਦੁਆਲੇ ਇੱਕ ਗੱਤਕਾ ਖੇਡਣਾ ਤੇ ਇਹ ਹੋਰ ਪਾਸਿਆਂ ਦੇ ਉੱਤੇ ਚੱਲ ਕੇ ਕਾਰਵਾਈ ਪਾਉਣਾ।